ਅੱਜ ਸਿਚੁਏਸ਼ਨਸ ਬਿਲਕੁਲ ਡਿਫਰੈਂਟ ਹੋ ਗਈਆਂ ਹੈ। ਅੱਜ ਸਿਚੁਏਸ਼ਨ ਇਹ ਹੋ ਗਈਆਂ ਹੈ ਕਿ ਜਿਹੜਾ ਬੰਦਾ 40-50 ਹਜ਼ਾਰ ਰੁਪਇਆ ਵੀ ਕਮਾ ਰਿਹਾ ਹੈ ਨਾ, ਉਸ ਬੰਦੇ ਨੂੰ ਵੀ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਠੀਕ ਹੈ ਜੀ। ਅਤੇ ਮੈਨੂੰ ਸਭ ਤੋਂ ਪਹਿਲੇ ਦੱਸਿਓ ਵੀ ਆਉਣ ਵਾਲੇ ਸਮੇਂ 'ਚ ਇਹ ਸਿਚੁਏਸ਼ਨ ਠੀਕ ਹੋਣਗੀਆਂ ਜਾਂ ਹੋਰ ਟਫ ਹੁੰਦੀਆਂ ਜਾਣਗੀਆਂ? ਹਾਂਜੀ, ਜੇ ਅੱਜ ਟਫ ਹੈ ਤੇ ਅੱਜ ਤੋਂ 10 ਸਾਲ ਬਾਅਦ ਜਦੋਂ ਤੁਸੀਂ ਕਮਾਉਣ ਲੱਗਣਾ ਹੈ, ਉਦੋਂ ਤੱਕ ਇਹ ਸਿਚੁਏਸ਼ਨ ਹੋਰ ਟਫ ਹੋ ਜਾਣੀ ਹੈ। ਬਿਕੋਜ਼ ਉਦੋਂ ਤੱਕ ਜਿਹੜਾ ਡਾਕਟਰ ਹੋਰ ਵੱਧ ਜਾਣੇ ਆ, ਇੰਜੀਨੀਅਰ ਹੋਰ ਵੱਧ ਜਾਣੇ ਆ, ਟੀਚਰ ਹੋਰ ਵੱਧ ਜਾਣੇ ਆ। ਜਿਉਂ-ਜਿਉਂ ਕਿਸੇ ਚੀਜ਼ ਦੀ ਪ੍ਰੋਡਕਸ਼ਨ ਵੱਧਦੀ ਜਾਏਗੀ, ਉਹ ਵੱਧਦੇ ਜਾਣੇ ਆ। ਠੀਕ ਹੈ। ਇਸ ਲਈ ਆਉਣ ਵਾਲੇ ਸਮੇਂ 'ਚ ਤੁਸੀਂ ਵਧੀਆ ਕਮਾ ਸਕੋ, ਕਿਉਂਕਿ ਅਸੀਂ ਪੜ੍ਹਾਈ ਕਿਉਂ ਕਰਦੇ ਹਾਂ? ਇਸੇ ਲਈ ਪੜ੍ਹਾਈ ਕਰਦੇ ਹਾਂ ਨਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਅੱਛੇ ਸਟੈਬਲਿਸ਼ ਹੋ ਜਾਈਏ, ਅੱਛਾ ਅਸੀਂ ਕਮਾ ਸਕੀਏ, ਆਪਣੇ ਪਰਿਵਾਰ ਪਾਲ ਸਕੀਏ, ਆਪਣੇ ਸੁਪਨੇ ਪੂਰੇ ਕਰ ਸਕੀਏ। ਪੜ੍ਹਾਈ ਇਸੇ ਲਈ ਕਰਦੇ ਹਾਂ ਨਾ ਜੀ। ਹੁਣ ਇਸੇ ਇੱਛਾ ਨਾਲ ਕਿ ਤੁਹਾਡੇ ਸੁਪਨੇ ਪੂਰੇ ਹੋਣ, ਤੁਸੀਂ ਸਭ ਤੋਂ ਜ਼ਿਆਦਾ ਕਮਾ ਸਕੋ, ਇਸੇ ਚੀਜ਼ ਨੂੰ ਤੁਹਾਡੇ ਸਕੂਲ ਦੇ ਸਟਾਫ, ਤੁਹਾਡੇ ਪ੍ਰਿੰਸੀਪਲ ਮੈਮ ਨੇ ਅੰਡਰਸਟੈਂਡ ਕੀਤਾ ਕਿ ਸਾਡੇ ਬੱਚਿਆਂ ਨੂੰ ਉਹ ਐਜੂਕੇਸ਼ਨ ਵੀ ਮਿਲਣੀ ਚਾਹੀਦੀ ਹੈ ਜਿਸ ਦੇ ਨਾਲ ਦੇ ਕੈਨ ਲਰਨ ਹਾਊ ਵੀ ਕੈਨ ਅਰਨ। ਠੀਕ ਹੈ। ਇਸ ਲਈ ਸਭ ਤੋਂ ਪਹਿਲੇ ਤਾਂ ਅਸੀਂ ਸਟਾਰਟਿੰਗ 'ਚ ਇੱਕ ਬਿਗ ਕਲੈਪਿੰਗ ਫॉर ਯੂਅਰ ਸਟਾਫ, ਦੋਜ਼ ਹੂ give us chance to learn something new regarding our job life. ਹੁਣ ਪਿਆਰੇ ਬੱਚਿਓ, ਅਸੀਂ ਚੱਲਦੇ ਹਾਂ ਆਪਣੇ ਡਾਇਰੈਕਟ ਵਿਸ਼ੇ 'ਤੇ। ਇੱਧਰ ਉੱਧਰ ਦੀ ਕੋਈ ਗੱਲ ਨਹੀਂ। ਨੌਕਰੀ, ਨੌਕਰੀ ਜਿਸ ਦਾ ਮਤਲਬ ਕੋਈ ਇੱਕ ਅੱਧੇ ਦਿਨ ਦੀ ਚੀਜ਼ ਨਹੀਂ। ਕੋਈ ਗੱਲ ਨਹੀਂ, ਬੈਠ ਜਾ, ਇੱਥੇ ਹੀ ਬੈਠ ਜਾ। ਇਫ ਯੂ ਆਰ ਹੈਪੀ ਦੇਅਰ ਦੈਨ ਯੂ ਕੈਨ ਸਿਟ ਏਅਰ, ਕੋਈ ਗੱਲ ਨਹੀਂ, ਸਿਟ ਡਾਊਨ। ਹਾਂ, ਅਤੇ ਦੇਖੋ, ਨੌਕਰੀ ਇੱਕ ਅੱਧੇ ਦਿਨ ਦਾ ਖੇਲ ਨਹੀਂ ਹੈ। ਪਹਿਲੀ ਗੱਲ ਤਾਂ ਇਹ ਸਮਝੀਏ ਆਪਾਂ ਦਿਮਾਗ ਦਾ, ਜਦ ਕਿਸੇ ਇਨਸਾਨ ਨੂੰ ਨੌਕਰੀ ਕਰਨੀ ਪੈਂਦੀ ਹੈ, ਕਿੰਨਾ ਚਿਰ ਕਰਨੀ ਪੈਂਦੀ ਹੈ ਜੀ? 1 ਡੇ, 2 ਡੇ, 1 ਮੰਥ, 2 ਮੰਥ, ਜਾਂ 25 to 60 ਈਅਰਸ? 25 ਟੂ, ਕਿਉਂਕਿ ਕੋਈ ਵੀ ਬੰਦਾ ਜਿਹੜਾ 25 ਸਾਲ ਤੋਂ ਪਹਿਲੇ ਨੌਕਰੀ 'ਤੇ ਲੱਗ ਜਾਂਦਾ ਹੈ, ਰਾਈਟ। ਅਤੇ 60 ਸਾਲ ਤੱਕ ਹਰ ਬੰਦੇ ਨੂੰ ਕੰਮ ਕਰਨਾ ਹੀ ਪੈਂਦਾ ਹੈ, ਰਾਈਟ। ਕਿਉਂਕਿ 58 'ਤੇ ਜਾਂ 60 'ਤੇ ਜਾ ਕੇ ਕੋਈ ਵੀ ਰਿਟਾਇਰ ਹੁੰਦਾ। ਇੰਨਾ ਲੰਮਾ ਸਾਨੂੰ ਟਾਈਮ ਹੈ ਜਿਹੜਾ ਉਹ ਕੰਮ ਕਰਨਾ ਪੈਂਦਾ। ਹੁਣ ਇੱਕ ਚੀਜ਼ ਮੈਨੂੰ ਯਾਦ ਰੱਖੋ, ਦੱਸੋ ਕਿ ਕਿਉਂ ਕਰਨੀ ਆ ਨੌਕਰੀ? ਕੀ ਅਸੀਂ ਆਪਣੇ ਇੰਪਲਾਇਰ ਦੇ ਡਰੀਮ ਪੂਰੇ ਕਰਨ ਲਈ ਨੌਕਰੀ ਕਰਨੀ ਹੈ ਜਾਂ ਆਪਣੇ ਡਰੀਮ ਪੂਰੇ ਕਰਨ ਲਈ? ਹਾਂਜੀ, ਆਪਣੇ ਡਰੀਮ ਲਈ ਪੂਰੇ ਕਰਨੇ ਆ ਨਾ। ਹਾਂ, ਇੰਪਲਾਇਰ ਨੇ ਸਾਨੂੰ ਪੇ ਦੇਣੀ ਹੈ, ਉਹਦੇ ਡਰੀਮ ਵੀ ਪੂਰੇ ਹੋਣੇ ਚਾਹੀਦੇ ਆ, ਬਟ ਨਾਲ ਦੀ ਨਾਲ ਸਾਡੇ ਡਰੀਮ ਵੀ ਪੂਰੇ ਹੋਣੇ ਚਾਹੀਦੇ ਆ। ਅਤੇ ਨੌਕਰੀ ਤੋਂ ਸਾਡੇ ਡਰੀਮ ਕੀ ਕੀ ਨੇ? ਨੌਕਰੀ ਤੋਂ ਡਰੀਮ ਜਰਾ ਦੇਖੀਏ। ਫਸਟ ਥਿੰਗ, ਵੀ ਵਾਂਟ ਆਲ one good beautiful house we want. Yes. Huh? That is also we want in Jalandhar, Chandigarh, Patiala. ਠੀਕ ਹੈ। ਅਤੇ ਮੰਨ ਲਓ ਅੱਜ ਦੀ ਤਰੀਕ ਦੇ ਵਿੱਚ ਕੋਈ ਇੱਥੇ ਅੰਮ੍ਰਿਤਸਰ ਤੋਂ ਟੀਚਰ ਆ ਰਿਹਾ ਹੋਏਗਾ ਜੀ, ਕਿ ਨਹੀਂ? ਜੇ ਕੋਈ ਟੀਚਰ ਅੰਮ੍ਰਿਤਸਰ ਤੋਂ ਆਉਂਦਾ ਹੈ ਅਤੇ ਉਹਨੂੰ ਪੁੱਛਣਾ ਕਿ ਅੰਮ੍ਰਿਤਸਰ 'ਚ ਜੇ 200 ਗਜ਼ ਦਾ ਘਰ ਖਰੀਦਣਾ ਹੋਏ ਕਿੰਨੇ ਕੁ 'ਚ ਪੈ ਜਾਂਦਾ ਹੋਏਗਾ ਜੀ? 200 ਗਜ਼ ਦਾ ਇੱਕ ਘਰ ਅੰਮ੍ਰਿਤਸਰ 'ਚ ਲੈਣਾ ਹੋਏ ਕਿੰਨੇ ਕੁ ਦਾ ਹੁੰਦਾ ਹੋਏਗਾ ਅੱਜ ਕੱਲ੍ਹ ਜੀ? ਕਾਫੀ, ਫਿਰ ਵੀ ਐਵਰੇਜ, ਹਾਂਜੀ, 70-80 ਲੱਖ ਦਾ ਇੱਕ ਘਰ। ਕਾਊਂਟ ਕਰਦੇ ਜਾਇਓ, ਆਪਾਂ ਅੱਗੇ ਕਾਊਂਟ ਕਰ ਲਾਂਗੇ। ਇੱਕ ਕਾਰ ਵੀ ਖਰੀਦਣੀ ਹੈ ਅਸੀਂ, ਬੱਚਿਆਂ ਦੀ ਪੜ੍ਹਾਈ ਵੀ ਕਰਾਉਣੀ ਹੈ, ਆਪਣੇ ਰੋਜ਼ਾਨਾ ਖਰਚਿਆਂ ਦੀ ਪੂਰੀ ਵੀ ਕਰਨੀ ਹੈ। ਔਰ ਇੱਕ ਚੀਜ਼ ਜੋ ਸਭ ਤੋਂ ਇੰਪੋਰਟੈਂਟ ਹੈ, ਜਿਸ ਵੱਲ ਸਾਡਾ ਧਿਆਨ ਜਾਂਦਾ ਹੀ ਨਹੀਂ, ਉਹ ਚੀਜ਼ ਇਹ ਹੈ, ਅਸੀਂ 60 ਸਾਲ 'ਤੇ ਜਾ ਕੇ ਸਾਡੀ ਅਰਨਿੰਗ ਬੰਦ ਹੋ ਜਾਣੀ ਹੈ ਨੌਕਰੀ ਵਾਲਿਆਂ ਦੀ। ਕਿਉਂਕਿ ਹੁਣ ਗੌਰਮੈਂਟ ਨੇ ਪੋਲਿਸੀ ਬਣਾ ਦਿੱਤੀ ਹੈ ਕਿ ਦੇਅਰ ਇਜ਼ ਨੋ ਪੈਨਸ਼ਨ ਔਨ ਐਨੀ ਜੋਬ। ਠੀਕ ਹੈ। ਸਿਰਫ ਹੁਣ ਪੈਨਸ਼ਨ ਲੈਣੀ ਹੈ ਅਤੇ MP MLA ਬਣ ਜਾਓ, ਵੈਸੇ ਕਿਸੇ ਨੂੰ ਕੋਈ ਪੈਨਸ਼ਨ ਨਹੀਂ ਮਿਲਣੀ, ਰਾਈਟ ਜੀ।
ਹੁਣ ਪੈਨਸ਼ਨ ਤੇ ਮਿਲਣੀ ਨਹੀਂ, 60 ਸਾਲ ਤੇ ਜਾ ਕੇ ਸਾਡੀ ਇਨਕਮ ਬੰਦ ਹੋ ਜਾਣੀ ਹੈ, ਤੇ 60 ਸਾਲ ਦੇ ਹੁੰਦਿਆਂ ਅਸੀਂ ਮਰ ਤੇ ਨਹੀਂ ਜਾਣਾ। ਹਸਬੈਂਡ ਵਾਈਫ ਨੇ ਅੱਗੇ 20-25 ਸਾਲ ਹੋਰ ਜਿਉਣਾ ਹੈ, 80-85 ਸਾਲ ਦਾ ਟਾਰਗੇਟ ਤੇ ਲੈ ਕੇ ਚੱਲਾਂਗੇ। ਤੇ ਜੇ ਉਸ 80-20-25 ਸਾਲ ਲਈ ਸਾਡੀ ਜੇਬ 'ਚ ਪੈਸਾ ਹੋਏਗਾ, ਕਿਉਂਕਿ ਉਦੋਂ ਬਿਮਾਰੀਆਂ ਵੀ ਵੱਧ ਜਾਣੀਆਂ, ਉਦੋਂ ਅਰਨਿੰਗ ਘੱਟ ਜਾਣੀ ਹੈ, ਬਿਮਾਰੀਆਂ ਵੱਧ ਜਾਣੀਆਂ। ਜੇ ਤਾਂ ਸਾਡੇ ਕੋਲ ਪੈਸਾ ਹੋਵੇਗਾ ਤੇ ਅਸੀਂ ਇਲਾਜ ਕਰਵਾ ਲਵਾਂਗੇ, ਨਹੀਂ ਤੇ ਫਿਰ ਰਗੜ ਕੇ ਮਰਾਂਗੇ, ਹੈ ਨਾ। ਰਿੜਕ ਕੇ ਮਰਨਾ ਜਿਹਨੂੰ ਕਹਿੰਦੇ ਆ ਪੰਜਾਬੀ 'ਚ। ਜਿਸ ਅਸੀਂ ਉਹਦੇ ਲਈ ਨਹੀਂ ਸੋਚਿਆ, ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ, ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ। ਇਟਸ ਮੀਨ ਇਫ ਯੂ ਆਰ ਲਰਨਿੰਗ ਬਿਫੋਰ ਦਾ ਸਿਚੁਏਸ਼ਨ then you will be happy, then you will not be punished। ਅੱਜ ਉਹ ਲੋਕ, ਉਹਨਾਂ ਨੂੰ ਕੀ ਤੁਸੀਂ punished ਸਮਝੋਗੇ ਜਾਂ ਨਹੀਂ, ਜਿਹੜੇ ਬੁੱਢੇ ਤੇ ਬਹੁਤ ਹੋ ਗਏ ਪਰ ਗਰੀਬ ਵੀ ਹੈ। ਬੁਢਾਪਾ ਤੇ ਗਰੀਬੀ ਜਦ ਦੋਵੇਂ ਇਕੱਠੇ ਆਉਂਦੇ ਆ ਨਾ, ਤੇ ਇਦੋਂ ਵੱਡੀ ਹੋਰ ਕੋਈ ਮੁਸ਼ਕਲ ਨਹੀਂ ਹੁੰਦੀ। ਕੀ ਆਪ ਦੋਨਾਂ ਨੂੰ ਇਕੱਠਿਆਂ ਚਾਹੋਗੇ ਜਾਂ ਨਹੀਂ? ਕੈਨ ਯੂ ਪ੍ਰੀਵੈਂਟ ਓਲਡ ਏਜ? ਕੈਨ ਯੂ ਪ੍ਰੀਵੈਂਟ? ਬਟ ਯੂ ਕੈਨ ਪ੍ਰੀਵੈਂਟ ਯਾਰ ਗਰੀਬੀ। ਗਰੀਬੀ ਨੂੰ ਤਾਂ ਪ੍ਰੀਵੈਂਟ ਕਰ ਸਕਦੇ ਹਾਂ, ਬੁਢਾਪੇ ਨੂੰ ਪ੍ਰੀਵੈਂਟ ਨਹੀਂ ਅਸੀਂ ਕਰ ਸਕਦੇ, ਬਟ ਗਰੀਬੀ ਪ੍ਰੀਵੈਂਟ ਕਰ ਸਕਦੇ ਹਾਂ। ਠੀਕ ਹੈ ਨਾ। ਇਸ ਲਈ ਜਿਨ੍ਹਾਂ ਦੀ ਜੇਬ 'ਚ ਪੈਸੇ ਹੁੰਦੇ ਆ, ਉਹਨਾਂ ਦਾ ਬੁਢਾਪਾ ਬਹੁਤ ਸ਼ਾਨਦਾਰ ਹੋ ਜਾਂਦਾ ਹੈ। ਜਿਨ੍ਹਾਂ ਦੀ ਜੇਬ 'ਚ ਪੈਸੇ ਨਹੀਂ ਹੁੰਦੇ, ਉਹਨਾਂ ਦਾ ਬੁਢਾਪਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ। ਆਰ ਯੂ ਐਗਰੀ ਵਿਦ ਮੀ ਔਰ ਨਾਟ? ਹਾਂ, ਚਲੋ ਹੁਣ ਅੱਗੇ ਚੱਲੀਏ ਅਸੀਂ। ਇਹਦਾ ਮਤਲਬ ਇਹਨਾਂ ਚੀਜ਼ਾਂ ਲਈ ਸਾਨੂੰ ਪੈਸਾ ਚਾਹੀਦਾ, ਸਾਰੀਆਂ ਲਈ। ਅੱਜ ਜੀ ਜਿੰਨੇ, ਹੁਣ ਅਸੀਂ ਇਹਦੇ 'ਤੇ ਚਲੇ ਜਾਈਏ ਸਿੱਧਾ। ਅੱਜ ਜੇਕਰ ਤੁਸੀਂ ਇੱਕ ਐਵਰੇਜ ਲਾਈਫ ਜਿਉਣੀ ਹੈ, ਐਵਰੇਜ ਲਾਈਫ ਜਿਹਦੇ ਵਿੱਚ ਤੁਸੀਂ ਸੇਵਿੰਗ ਨਹੀਂ ਕਰਨੀ, ਤੇ ਹਾਊ ਮਚ ਮਨੀ ਯੂ ਹੈਵ ਨੀਡ ਟੂਡੇ। ਜਦ ਤੁਸੀਂ ਕਮਾਉਣਾ ਉਦੋਂ ਦੀ ਗੱਲ ਨਹੀਂ। ਇਹਦੇ 'ਚ ਮੈਂ ਜੋ ਦੱਸਿਆ ਉਹ ਘੱਟ ਦੱਸਿਆ, ਵੈਸੇ ਇਸ ਤੋਂ ਡਬਲ ਚਾਹੀਦੀ ਹੈ, ਪਰ ਮੈਂ ਫੇਰ ਵੀ ਘੱਟ ਦੱਸੀ ਹੈ, ਕਿਸੇ ਨੂੰ ਹਾਰਟ ਅਟੈਕ ਨਾ ਆ ਜਾਵੇ ਕਿਤੇ ਸੁਣ ਕੇ, ਕਿਉਂਕਿ ਕਿੰਨੀ ਮਨੀ ਚਾਹੀਦੀ ਹੈ। ਅੱਜ ਦੀ ਤਰੀਕ 'ਚ ਇੱਕ ਘਰ 'ਚ 8000 ਦਾ ਰਾਸ਼ਨ ਹੈ, ਜਿਹੜਾ ਜਿਸ ਘਰ 'ਚ 6 ਜੀ ਰਹਿੰਦੇ ਆ, 2 ਬੱਚੇ, 2 ਹਸਬੈਂਡ ਵਾਈਫ ਤੇ 2 ਉਹਨਾਂ ਦੇ ਪੇਰੈਂਟ, ਉਸ ਘਰ 'ਚ 8000 ਦਾ ਰਾਸ਼ਨ ਚਾਹੀਦਾ ਹੀ ਹੁੰਦਾ ਹੈ। ਠੀਕ ਹੈ ਜੀ। ਬਿਜਲੀ ਦਾ ਬਿੱਲ 3 ਰਹਿ ਰਹੇ ਆ, 2 ਬੱਚੇ ਆ, 2 ਆਪ ਹੈ, 2 ਹਸਬੈਂਡ ਮਾਤਾ ਪਿਤਾ ਹੈ, 3 AC ਚੱਲਣਗੇ। ਤੇ ਮੈਂ ਵੈਸੇ 3000 ਲਿਖਿਆ ਬਿੱਲ ਬਿਜਲੀ ਦਾ, ਪਰ ਮੇਰੇ ਖਿਆਲ 'ਚ 7-8000 ਕਿਤੇ ਨਹੀਂ ਗਿਆ। ਹਾਂਜੀ। ਫਿਰ ਸਾਡੇ ਕੋਲ ਇੱਕ ਕਾਰ ਵੀ ਚਾਹੀਦੀ ਹੈ ਆਉਣ ਜਾਣ ਲਈ, ਕਿਉਂਕਿ ਐਸੀ ਸਰਦੀ ਦੇ ਵਿੱਚ ਤੁਸੀਂ ਸਕੂਟਰ 'ਤੇ ਕਿੱਥੇ ਚੱਲ ਜਾਓਗੇ। ਕਾਰ ਵੀ ਚਾਹੀਦੀ ਹੈ, ਕਾਰ ਚਾਹੀਦੀ ਹੈ, ਅਤੇ 15000 ਦਾ ਕਾਰ ਲਈ ਸਾਨੂੰ ਕਿਸ਼ਤ ਚਾਹੀਦੀ ਹੈ। 3-4000 ਦਾ ਤੇਲ ਵੈਸੇ ਤਾਂ ਜ਼ਿਆਦਾ ਲੱਗ ਜਾਂਦਾ, ਪਰ ਫਿਰ ਵੀ ਆਪਾਂ 3-4000 ਦਾ ਲੈ ਕੇ ਚੱਲੀਏ। 18-20000 ਰੁਪਈਆ ਇਹ ਚਾਹੀਦਾ, ਰਾਈਟ ਜੀ। ਫਿਰ ਘਰ ਦਾ ਕਿਰਾਇਆ, ਜੇ ਕਿਤੇ ਤੁਸੀਂ ਨੌਕਰੀ ਕਰਨ ਲਈ ਚੰਡੀਗੜ੍ਹ ਰਹਿਣਾ ਹੈ ਜਾਂ ਜੀਰਕਪੁਰ ਰਹਿਣਾ ਹੈ, ਪਟਿਆਲੇ ਰਹਿਣਾ, ਅਤੇ 15-20000 ਰੁਪਏ ਤੁਹਾਨੂੰ ਸਿੰਗਲ ਰੂਮ ਸੈੱਟ ਹੀ ਮਿਲਣਾ। ਠੀਕ ਹੈ, ਸਿੰਗਲ ਰੂਮ ਸੈੱਟ ਹੀ ਚਲੋ ਲੈ ਲਓ, 15 ਦਾ ਇਹ ਚਾਹੀਦਾ। ਹੁਣ ਜਿਸ ਸਕੂਲ 'ਚ ਮੈਂ ਪੜ੍ਹਾਉਂਦਾ, ਉਸ ਸਕੂਲ 'ਚ ਇੱਕ ਬੱਚੇ ਦੀ ਐਨੂਅਲ ਫੀਸ ਹੈ ਜਿਹੜੀ ਉਹ 4.5 ਲੱਖ ਦੇ ਆਸ-ਪਾਸ ਹੈ। ਇੰਡੀਆ ਦਾ ਟੌਪ 10 ਸਕੂਲਾਂ ਸ਼ਾਮਲ ਸਕੂਲ ਹੈ, 4.5 ਲੱਖ ਫੀਸ ਹੈ। ਹੁਣ ਤੁਸੀਂ ਇਹ ਡਿਸਾਈਡ ਕਰਨਾ ਕਿ ਤੁਹਾਡਾ ਬੱਚਾ ਇੱਕ ਚੰਗੇ ਸਕੂਲ 'ਚ ਪੜ੍ਹੇ ਜਾਂ ਇੱਕ ਪ੍ਰਾਇਮਰੀ ਸਕੂਲ 'ਚ ਪੜ੍ਹੇ, ਜਿਹੜਾ ਸਰਕਾਰੀ ਸਕੂਲ ਹੈ ਉਹਦੇ 'ਚ ਪੜ੍ਹੇ। ਜੇ ਚੰਗੇ ਸਕੂਲ 'ਚ ਪੜ੍ਹਨਾ ਹੈ ਤਾਂ ਮੇਰੇ ਖਿਆਲ 'ਚ 5 ਲੱਖ ਨੂੰ ਜੇ ਅਸੀਂ 12 ਦੇ ਨਾਲ ਗੁਣਾ ਕਰੀਏ, ਅਤੇ 12-5 60, ਅਤੇ 20-25 ਲੱਖ ਉੱਤੇ ਹੋਰ ਲਾ ਕੇ ਜਿਹੜਾ ਤੁਹਾਡਾ 80 ਕੁ ਲੱਖ ਰੁਪਈਆ ਇਹ ਚਾਹੀਦਾ ਇਸ ਕੰਮ ਲਈ। ਠੀਕ ਹੈ। ਬੱਚਿਆਂ ਦੀ ਫਿਰ ਤੁਹਾਨੂੰ ਘਰ ਖਰੀਦਣਾ, ਤੇ ਸਰ ਨੇ ਦੱਸ ਦਿੱਤਾ ਕਿ 60-70 ਲੱਖ 80 ਲੱਖ ਰੁਪਈਆ ਘਰ ਖਰੀਦਣ ਲਈ ਚਾਹੀਦਾ। ਬੱਚਿਆਂ ਦੇ ਵਿਆਹ ਲਈ ਵੀ ਪੈਸੇ ਚਾਹੀਦੇ ਹੋਣਗੇ। ਆ ਜਿਹੜਾ 60 ਸਾਲ ਤੋਂ 85 ਸਾਲ ਤੱਕ ਅਸੀਂ ਜਿਉਣਾ ਵਾ, ਜੇ ਉਹ ਸਹੀ ਲਾਈਫ ਜਿਉਣੀ ਆ, ਤਾਂ 3 ਕਰੋੜ ਰੁਪਈਆ ਇਸ ਅਗਲੇ 25 ਸਾਲਾਂ ਲਈ ਸਾਨੂੰ ਚਾਹੀਦਾ। ਠੀਕ ਹੈ ਜੀ। 25 ਸਾਲਾਂ ਲਈ 3 ਕਰੋੜ ਕੱਖ ਵੀ ਨਹੀਂ ਹੈ।
ਇੰਨਾ ਪੈਸਾ ਚਾਹੀਦਾ ਹੈ ਸਾਨੂੰ ਇੱਕ ਅੱਛੀ ਲਾਈਫ ਜਿਉਣ ਦੇ ਵਾਸਤੇ। ਠੀਕ ਹੈ, ਹੁਣ ਮੈਂ ਇੱਕ ਚੀਜ਼, ਜਿੰਨੇ ਟੀਚਰ ਵੀ ਬੈਠੇ ਆ ਅੱਜ ਕੱਲ੍ਹ, ਹੋ ਸਕਦਾ ਹੈ ਤੁਹਾਡੇ ਇੱਥੇ ਵੀ ਜਾਂ ਹਰ ਜਗ੍ਹਾ 'ਤੇ MA BEd ਕੀਤਾ ਬੰਦਾ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਦੋਂ ਕੰਮ ਕਰਦਾ ਤੇ 15,000 20,000 ਇੰਨਾ ਕੀ ਅਰਨ ਕਰਦਾ ਹੋਏਗਾ ਨੈਚੁਰਲੀ। ਮੈਨੂੰ ਜਰਾ ਇਹ ਦੱਸਿਓ ਜੀ, ਆਹ ਜਿੰਨੇ ਪੈਸੇ ਚਾਹੀਦੇ ਆ, ਕੀ ਇੰਨੇ ਪੈਸੇ ਕਮਾਉਣੇ ਸੰਭਵ ਹਨ ਜਾਂ ਨਹੀਂ? ਹਾਂਜੀ, ਤੁਹਾਡਾ ਕੀ ਨਜ਼ਰੀਆ? ਵਾਟ ਇਜ਼ ਯੂਰ ਓਪੀਨੀਅਨ? ਹਾਂਜੀ, ਮੁਸ਼ਕਲ। ਹਾਂਜੀ, ਹੋਰ ਕੀ ਓਪੀਨੀਅਨ? ਕੀ ਇਹਦੇ 'ਚ ਕੋਈ ਪੈਸਾ ਇਸ ਤਰ੍ਹਾਂ ਦਾ ਹੈ ਜੋ ਆਪਾਂ ਐਕਸਟਰਾ ਜੋੜਿਆ ਹੋਏ ਉਹਨੂੰ ਮਿਨੀਮਮ ਕਰ ਲਈਏ, ਜੋ ਮੈਕਸੀਮਮ ਜੋੜ ਰੱਖਿਆ ਹੋਏ, ਜਾਂ ਪਹਿਲੇ ਮਿਨੀਮਮ ਤੋਂ ਹੇਠਾਂ ਵਾ? ਤੇ ਜੇ ਮਿਨੀਮਮ ਤੋਂ ਹੇਠਾਂ ਹੈ, ਅੱਜ ਇੰਨਾ ਕਮਾਉਣਾ ਔਖਾ ਹੈ ਪੈਸਾ, ਤੁਸੀਂ ਇਹ ਕਹਿ ਰਹੇ ਹੋ, ਔਰ ਅੱਜ ਸਾਡੀ ਕੰਡੀਸ਼ਨ ਇਹ ਹੈ, 1947 'ਚ ਸਾਨੂੰ ਜਿਉਂਦੇ ਰਹਿਣ ਲਈ 50 ਰੁਪਏ ਮਹੀਨੇ ਦੇ ਚਾਹੀਦੇ ਹੁੰਦੇ ਸੀ, ਪਰ 60 ਮਿਲਦੇ ਸੀ, 10 ਰੁਪਏ ਬੰਦਾ ਬਚਾ ਲੈਂਦਾ ਸੀ। ਅੱਜ ਸਾਨੂੰ ਜ਼ਿੰਦਗੀ ਦੇ ਵਿੱਚ 2020 'ਚ ਜਿਉਂਦੇ ਰਹਿਣ ਲਈ 40,000 ਰੁਪਈਆ ਘਰ ਮਹੀਨੇ ਦਾ ਆਉਣਾ ਚਾਹੀਦਾ ਹੈ, ਪਰ ਅੱਜ ਮਿਲ ਰਿਹਾ ਹੈ ਕਈਆਂ ਨੂੰ 8,000 10,000 12,000 15,000। ਕਿੰਨਾ ਘੱਟ? 32-34,000 ਰੁਪਈਆ ਸਾਡੀਆਂ ਡੇਲੀ ਨੀਡਸ ਤੋਂ ਵੀ ਘੱਟ। ਇੰਨਾ ਫਰਕ ਪੈ ਗਿਆ ਇੱਥੇ ਆਉਂਦਿਆਂ। ਤੇ ਆਉਣ ਵਾਲੇ 10 ਸਾਲਾਂ 'ਚ ਕੀ ਸਿਚੁਏਸ਼ਨ ਹੋਣੀ ਹੈ ਇਹ ਤੁਸੀਂ ਜਾਣਦੇ ਹੋ ਜਾਂ ਰੱਬ ਜਾਣਦਾ। ਠੀਕ ਹੈ, ਹੁਣ ਇਹਦਾ ਮਤਲਬ ਇੰਨਾ ਪੈਸਾ ਕਮਾਉਣਾ ਅਸੰਭਵ ਹੈ, ਰਾਈਟ? ਐਵਰੀਵਨ ਐਗਰੀ? ਫਿਰ ਕੀ ਕਰੀਏ ਆਪਾਂ? ਕੋਈ SBI ਦਾ ਬੈਂਕ ਦੱਸੋ, ਬੈਂਕ ਭੰਨੀਏ ਜਾ ਕੇ। ਕੁਛ ਤੇ ਕਰਨਾ ਹੀ ਪਏਗਾ, ਮਰਦਾ ਕੀ ਨਹੀਂ ਕਰਦਾ। ਹੁਣ ਸਾਰੇ ਐਗਰੀ ਹੈ ਜੀ, ਟੀਚਰ ਵੀ ਐਗਰੀ ਹੈ ਜੀ? ਹਾਂਜੀ, ਐਗਰੀ ਹੋ? ਚਲੋ ਹੁਣ ਇਸ ਦੇ ਵਿੱਚੋਂ ਜੇਕਰ ਆਪਾਂ ਇਹ ਓਪੀਨੀਅਨ ਚੇਂਜ ਕਰ ਦਈਏ, ਜਿਸ ਨੂੰ ਹੁਣ ਤੁਸੀਂ ਕਹਿ ਰਹੇ ਹੋ ਕਿ ਦਿਸ ਮਨੀ ਅਰਨਿੰਗ ਇਜ਼ ਇੰਪੋਸੀਬਲ, ਅਤੇ ਜੇਕਰ ਮੈਂ ਇੰਪੋਸੀਬਲ ਨੂੰ ਪੋਸੀਬਲ ਦੇ ਵਿੱਚ ਕਨਵਰਟ ਕਰਕੇ ਦਿਖਾ ਦੇਵਾਂ, ਮੰਨੋਗੇ? ਮੰਨੋਗੇ? ਅਸੀਂ ਹੁਣ ਟਰਾਈ ਕਰਦੇ ਹਾਂ ਕਿ ਹਾਊ ਵੀ ਕੈਨ ਅਰਨ। ਕਿਉਂਕਿ ਪਹਿਲੀ ਗੱਲ, ਨੈਪੋਲੀਅਨ ਨੇ ਇੱਕ ਗੱਲ ਕਹੀ, ਨੈਪੋਲੀਅਨ ਨੂੰ ਕਿਸੇ ਨੇ ਪੜ੍ਹਿਆ ਜੀ? ਉਹਦੀ ਇੱਕ ਕੋਟੇਸ਼ਨ ਹੈ, ਤੁਸੀਂ ਲਿਖਦੇ ਵੀ ਹੋਵੋਗੇ। ਨੈਪੋਲੀਅਨ ਦੀ ਇੱਕ ਕੋਟੇਸ਼ਨ ਹੈ, ਇੰਪੋਸੀਬਲ ਵਰਡ ਓਨਲੀ इज़ इन द डिक्शनरी ऑफ फूलिश पर्सनस। इम्पॉसिबल शब्द सिर्फ मूर्खों की डिक्शनरी में होता है। जो समझदार लोग होते हैं वो इम्पॉसिबल चों IM को एक साइड करके उसको पॉसिबल बना लेते हैं, आई एम पॉसिबल। ठीक है, हम जितने लोग बैठे हैं, आई होप वी ऑल आर इंटेलेक्चुअल पर्सन, हम सब समझदार हैं। हाँ जी, समझदार हैं। ਜੇਕਰ ਹਮ ਸਮਝਦਾਰ ਹੈ ਤੇ ਫਿਰ ਅਸੀਂ ਇਸ ਇੰਪੋਸੀਬਲ ਨੂੰ ਪੋਸੀਬਲ ਬਣਾ ਸਕਦੇ ਹਾਂ। ਜੇਕਰ ਅਸੀਂ ਸਮਝਦਾਰ ਨਹੀਂ ਹੋਵਾਂਗੇ ਤੇ ਫਿਰ ਇਹ ਪੋਸੀਬਲ ਨਹੀਂ ਬਣੇਗਾ, ਰਾਈਟ? ਹੁਣ ਅਸੀਂ ਇਹਨੂੰ ਇੰਪੋਸੀਬਲ ਨੂੰ ਪੋਸੀਬਲ ਬਣਾਉਣਾ ਹੈ, ਠੀਕ ਹੈ? ਬਟ ਪੋਸੀਬਲ ਬਣਾਉਣ ਤੋਂ ਪਹਿਲੇ ਮੈਂ ਇੱਕ ਜਿਹੜਾ ਵਾ ਕੁਛ ਲੋਕਾਂ ਦਾ ਥੈਂਕਸ ਕਰਨਾ ਚਾਹਾਂਗਾ। ਡਿਊ ਟੂ ਇਹ ਜਿੰਨਾ ਕੰਮ ਅਸੀਂ ਕਰ ਰਹੇ ਹਾਂ, ਸਾਡਾ ਇੱਕ ਹੀ ਏਮ ਹੈ, ਇੱਕ ਹੀ ਮਿਸ਼ਨ ਹੈ ਕਿ ਸਾਡਾ ਕੋਈ ਵੀ ਬੱਚਾ ਘੱਟ ਅਰਨਿੰਗ 'ਤੇ ਨਹੀਂ ਚਾਹੀਦਾ। ਸਾਡੇ ਸਾਰੇ ਬੱਚੇ ਮੈਕਸੀਮਮ ਅਰਨਿੰਗ ਵਾਲੇ ਚਾਹੀਦੇ ਆ। ਅਤੇ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਉਹ ਅਲੱਗ-ਅਲੱਗ ਸਕੂਲਾਂ ਅਤੇ ਗੁਰਦੁਆਰਿਆਂ ਦੀ ਕੰਟਰੀਬਿਊਸ਼ਨ ਨਾਲ ਹੀ ਚੱਲ ਰਿਹਾ, ਕਿਉਂਕਿ ਮੈਨੂੰ BJP ਫੰਡਿੰਗ ਨਹੀਂ ਕਰ ਰਹੀ। ਠੀਕ ਹੈ, ਨਾ ਹੀ ਮੈਨੂੰ ਕੋਈ RSS ਫੰਡਿੰਗ ਕਰ ਰਹੀ ਹੈ, ਨਾ ਹੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਅਤੇ ਨਾ ਹੀ ਪੰਜਾਬ ਗੌਰਮੈਂਟ ਕਾਂਗਰਸ ਕਰ ਰਹੀ ਹੈ। ਦੈਟ ਆਲ ਵਰਕ ਵੀ ਆਰ ਡੂਇੰਗ ਵਿਦ the only contributions of persons those who understanding this mission, ਕਿ ਜੇਕਰ ਸਾਡੇ ਬੱਚਿਆਂ ਨੂੰ ਅੱਛਾ ਅਰਨਿੰਗ ਦਾ ਸਕੋਪ ਜੋ ਦੇ ਰਹੇ ਹਾਂ, ਇਸ ਕੰਮ 'ਚ ਇਹ ਸਾਡਾ ਵੀ ਹਿੱਸਾ ਪਾ ਲਓ। ਔਰ ਮੈਂ ਇੱਕ ਵਾਰ ਕਹਾਂਗਾ, ਪਲੀਜ਼ ਸਾਰੇ ਇਹਨਾਂ ਲਈ ਕਲੈਪ ਕਰ ਦਿਓ ਜਿਹੜੇ ਇਸ ਕੰਮ 'ਚ ਕੰਟਰੀਬਿਊਟ ਕਰ ਰਹੇ। everyone is not doing that। ਚਲੋ ਹੁਣ ਅਸੀਂ ਅੱਗੇ ਚੱਲੀਏ। now there is some stories
ਵਿਚ ਵਿਲ ਇੰਸਪਾਇਰ ਯੂ ਟੂ ਅਰਨ ਮਚ ਮਨੀ। ਹੁਣ ਉਹਦੇ ਵਿੱਚੋਂ ਸਭ ਤੋਂ ਪਹਿਲੀ ਮੇਰੀ ਸਟੋਰੀ ਹੈ, ਜਿਨ੍ਹਾਂ ਦੇ ਕੋਲ ਕਾਪੀਆਂ ਨੇ ਉਹ ਨਾਮ ਲਿਖ ਲਓ, ਨਾਮ ਨਾ ਭੁੱਲ ਜਾਇਓ ਜੀ। ਅਰੁਣਿਮਾ ਸਿਨਹਾ, ਇਸ ਬੀਬੀ ਦਾ ਨਾਂ ਹੈ ਅਰੁਣਿਮਾ ਸਿਨਹਾ, ਠੀਕ ਹੈ। ਇਹ ਮੈਂ ਹੁਣ ਜਿੰਨੀਆਂ ਸਟੋਰੀਜ਼ ਦੱਸਾਂਗਾ ਉਹ ਸਾਰੀਆਂ ਜਿਉਂਦੇ ਬੰਦਿਆਂ ਦੀਆਂ ਹੋਣਗੀਆਂ, ਕਿਉਂਕਿ ਇਹਨਾਂ 'ਚੋਂ ਇੱਕ ਵੀ ਬੰਦਾ ਮਰਿਆ ਨਹੀਂ, ਸਾਰੇ ਜਿਉਂਦੇ ਨੇ, ਜਿਨ੍ਹਾਂ ਨੂੰ ਤੁਸੀਂ ਮਿਲ ਵੀ ਸਕਦੇ ਹੋ, ਜਿਨ੍ਹਾਂ ਦੇ ਐਕਸਪੀਰੀਅੰਸਿਸ ਤੁਸੀਂ ਮਿਲ ਕੇ ਵੀ ਜਾਣ ਸਕਦੇ ਹੋ, ਇਫ ਯੂ ਹੈਵ ਡਿਜ਼ਾਇਰ। ਅਰੁਣਿਮਾ ਸਿਨਹਾ ਭਿਖਾਰੀਆਂ ਦੀ ਲੜਕੀ ਹੈ ਅਤੇ ਮੁੰਬਈ ਦੇ ਦਾਦਰ ਰੇਲਵੇ ਸਟੇਸ਼ਨ ਦੇ ਕੋਲ ਇਹ ਭਿੱਖਿਆ ਮੰਗਦੀ ਹੁੰਦੀ ਸੀ, ਰੋਡ 'ਤੇ ਕਾਰਾਂ ਵਾਲਿਆਂ ਤੋਂ। ਇੱਕ ਵਾਰ ਕਿਸੇ ਨੇ ਇਸ ਨੂੰ 3-4 ਦਿਨ ਲਈ 1 ਰੁਪਇਆ ਵੀ ਨਾ ਦਿੱਤਾ, ਕਿਉਂਕਿ ਐਸੀ ਸਰਦੀ ਤਾਂ ਹੁੰਦੀ ਨਹੀਂ, ਬੰਬੇ 'ਚ ਗਰਮੀ ਹੁੰਦੀ ਹੈ, ਅੱਜ ਕੱਲ੍ਹ ਵੀ ਬਹੁਤ ਗਰਮੀ ਹੈ। ਕਿਸੇ ਨੇ ਖਿੜਕਾ ਸ਼ੀਸ਼ਾ ਹੀ ਆਪਣਾ ਕਾਰ ਦਾ ਹੇਠਾਂ ਨਾ ਕੀਤਾ, ਵਿਚਾਰੀ ਬਾਹਰੋਂ ਹੱਥ ਫੈਲਾਉਂਦੀ ਰਹਿ ਗਈ, ਕਿਸੇ ਰੁਪਈਆ ਨਾ ਦਿੱਤਾ। ਘਰ ਗਈ, ਇਹਦੇ ਫਾਦਰ ਨੇ ਇਹਨੂੰ ਕੁੱਟ ਦਿੱਤਾ ਕਿ ਲੋਕ ਤਾਂ ਤੈਨੂੰ ਪੈਸੇ ਦਿੰਦੇ ਹੋਣਗੇ, ਤੂੰ ਹੀ ਖਾ ਆਉਣੀ ਹੈ। ਇਹਨੂੰ ਚੜਿਆ ਗੁੱਸਾ ਅਤੇ ਇਸ ਨੇ ਜ਼ਹਿਰ ਪੀ ਲਿਆ, ਠੀਕ ਹੈ। ਜ਼ਹਿਰ ਪੀਣ ਤੋਂ ਬਾਅਦ ਇਸ ਨੂੰ ਜਿਹੜਾ ਹੈ ਇਹਦੇ ਪੇਰੈਂਟ ਲੈ ਕੇ ਹੌਸਪੀਟਲ ਗਏ। ਹੌਸਪੀਟਲ 'ਚ ਜਾ ਕੇ ਇਸ ਦਾ ਜਿਹੜਾ ਹੈ ਇਲਾਜ ਕਰਾਇਆ, ਬਚ ਗਈ। ਬਚਣ ਤੋਂ ਬਾਅਦ ਇਸ ਦੀ ਕਾਉਂਸਲਿੰਗ ਕਰਾਈ, ਜਿਸ ਤਰ੍ਹਾਂ ਹੁਣ ਅਸੀਂ ਇੱਥੇ ਤੁਹਾਡੀ ਕਾਉਂਸਲਿੰਗ ਕਰ ਰਹੇ ਹਾਂ। ਡਿਊ ਟੂ ਦੈਟ ਕਾਉਂਸਲਿੰਗ ਇਸ ਨੂੰ ਕਾਉਂਸਲਰ ਨੇ ਇਹ ਕਿਹਾ, ਬੇਟੇ ਗਰੀਬ ਪੈਦਾ ਹੋਈ, ਇਹਦੇ 'ਚ ਤੇਰਾ ਕੋਈ ਕਸੂਰ ਨਹੀਂ, ਠੀਕ ਹੈ। ਗਰੀਬ ਪੈਦਾ ਹੋਈ, ਇਹਦੇ 'ਚ ਤੇਰਾ ਕੋਈ ਕਸੂਰ ਨਹੀਂ, ਪਰ ਜੇ ਤੂੰ ਗਰੀਬ ਮਰ ਗਈ ਤਾਂ ਇਹਦੇ 'ਚ ਤੇਰਾ ਹੀ ਕਸੂਰ ਹੈ। ਆਹ ਗੱਲ ਸਮਝ ਆਈ ਮੇਰੀ? ਅੱਜ ਕੱਲ੍ਹ ਸਾਡੀ ਹਾਲਤ ਕੀ ਹੈ, ਤੁਸੀਂ ਕਿਸੇ ਵੀ ਇਨਸਾਨ ਨੂੰ ਪੁੱਛੋ ਨਾ, ਵਾਈ ਆਰ ਯੂ ਪੂਅਰ, ਵਾਈ ਆਰ ਯੂ ਗਰੀਬ, ਅਤੇ ਹਰ ਬੰਦਾ ਕੀ ਕਹਿੰਦਾ ਹੈ? ਜਦ ਤੁਸੀਂ ਕਿਸੇ ਨੂੰ ਇਹ ਸਵਾਲ ਪੁੱਛ ਰਹੇ ਹੋ ਨਾ, ਵਾਈ ਆਰ ਯੂ ਗਰੀਬ, ਉਹਦੇ ਸਵਾਲ ਕੀ ਹੁੰਦੇ ਆ? ਉਹਦੇ ਉੱਤਰ, ਮੈਂ ਗਰੀਬ ਮਾਂ ਬਾਪ ਦੇ ਘਰ ਪੈਦਾ ਹੋਇਆ ਅਤੇ ਅਮੀਰ ਕਿਸ ਤਰ੍ਹਾਂ ਹੋ ਜਾਂਦਾ? ਮੈਂ ਪਿੰਡ ਵਿੱਚ ਪੈਦਾ ਹੋਇਆ, ਮੈਂ ਅਮੀਰ ਕਿਵੇਂ ਹੋ ਜਾਂਦਾ? ਮੈਂ ਛੋਟੇ ਜਿਹੇ ਇੱਕ ਪਿੰਡ ਦੇ ਸਕੂਲ 'ਚ ਪੜ੍ਹਦਾ ਸੀ, ਮੈਂ ਅਮੀਰ ਕਿਵੇਂ ਹੋ ਜਾਂਦਾ? ਠੀਕ ਹੈ। ਦੂਸਰਿਆਂ ਨੂੰ ਬਲੇਮ ਦੇਣਾ, ਮੇਰੇ ਟੀਚਰ ਹੀ ਵਧੀਆ ਨਹੀਂ ਸੀ, ਮੈਂ ਕਿਵੇਂ ਅਮੀਰ ਹੋ ਜਾਂਦਾ? ਦੂਜੇ ਨੂੰ ਦੋਸ਼ ਦੇਣਾ। ਜਦੋਂ ਤੁਸੀਂ ਦੂਜੇ ਨੂੰ ਦੋਸ਼ ਦਿੰਦੇ ਹੋ, ਇਟਸ ਮੀਨ ਫॉर ਯੂਅਰ ਪ੍ਰੋਬਲਮ ਹੂ ਇਜ਼ ਰਿਸਪੋਂਸੀਬਲ? ਇਟਸ ਮੀਨ ਇਫ ਯੂ ਆਰ ਬਲੇਮਿੰਗ ਟੂ ਅਦਰ, ਇਟਸ ਮੀਨ ਤੁਹਾਡੇ ਵਿਚਾਰਾਂ 'ਚ ਜੋ ਤੁਸੀਂ ਹੋ, ਤੁਹਾਡੀ ਪ੍ਰੋਬਲਮ ਲਈ ਤੁਸੀਂ ਰਿਸਪੋਂਸੀਬਲ ਨਹੀਂ ਹੋ, ਦੂਸਰਾ ਰਿਸਪੋਂਸੀਬਲ ਹੈ, ਠੀਕ ਹੈ। ਬਟ ਜੇਕਰ ਇਸ ਨੂੰ ਉਲਟਾ ਸੋਚੀਏ, ਇੱਕ ਸ਼ੇਰ ਇਸ ਲਈ ਯਾਦ ਰੱਖਿਆ ਕਰੋ, ਇੱਕ ਸ਼ੇਰ ਹੈ, तमाम उम्र हम एक ही गलती करते रहे, धूल चेहरे पे थी साफ आईना करते रहे। तमाम उम्र हम एक ही गलती करते रहे, धूल चेहरे पे थी साफ आईना करते रहे। ਅਸੀਂ ਆਪਣੀਆਂ ਮੁਸ਼ਕਲਾਂ ਦਾ ਦੋਸ਼ ਕਦੇ ਸਰਕਾਰ ਨੂੰ, ਕਦੇ ਮਾਂ-ਬਾਪ ਨੂੰ, ਕਦੇ ਪਿੰਡ ਨੂੰ, ਕਦੇ ਸਕੂਲ ਨੂੰ, ਕਦੇ ਟੀਚਰਾਂ ਨੂੰ, ਕਦੇ ਕਿਸ ਨੂੰ ਦਿੰਦੇ ਰਹੇ। ਜਿਸ ਨੇ ਅੱਗੇ ਵਧਣਾ ਹੁੰਦਾ ਹੈ ਉਹ ਆਪਣੀਆਂ ਪ੍ਰੋਬਲਮਸ ਦਾ ਬਲੇਮ ਕਦੀ ਦੂਸਰਿਆਂ ਨੂੰ ਨਹੀਂ ਦਿੰਦਾ। ਉਹ ਕਹਿੰਦਾ ਹੈ ਕਿ ਜੋ ਕੁਛ ਵੀ ਹੈ ਇਸ ਲਈ ਮੈਂ ਜ਼ਿੰਮੇਵਾਰ ਹਾਂ, ਮੈਂ ਹੀ ਇਸ ਨੂੰ ਚੰਗਾ ਕਰ ਸਕਦਾ, ਮੈਂ ਹੀ ਮਾੜਾ ਕਰ ਸਕਦਾ। ਜਦੋਂ ਇਹ ਚੀਜ਼ ਤੁਹਾਡੇ 'ਚ ਆ ਗਈ, ਫਿਰ ਸਰਕਾਰ ਜ਼ਿੰਮੇਵਾਰ ਨਹੀਂ ਹੋਏਗੀ, ਫਿਰ ਤੁਸੀਂ ਬਿਨਾਂ ਸਰਕਾਰ ਤੋਂ ਵੀ ਅੱਗੇ ਚੱਲ ਜਾਓਗੇ, ਨਹੀਂ ਤਾਂ ਸਰਕਾਰਾਂ ਤੁਹਾਨੂੰ ਗਰੀਬ ਬਣਾਉਣਗੀਆਂ ਹੀ ਬਣਾਉਣਗੀਆਂ। ਪਰਸੋਂ ਚੌਥ ਮੈਂ ਹੌਸਪੀਟਲ 'ਚ ਗਿਆ ਸੀ ਕਿਸੇ ਦੇ ਆਪਰੇਸ਼ਨ ਲਈ, ਅਤੇ ਉਹ ਕਹਿੰਦੇ ਕਿ ਜੀ ਕਾਰਡ ਬਣਾ ਲਓ। ਅਤੇ ਮੈਂ ਪੁੱਛਿਆ ਕਿ ਕਾਰਡ ਕਿਵੇਂ ਬਣਦਾ? ਕਹਿੰਦੇ ਆ ਕਿ ਉਹ ਕਹਿੰਦੇ ਜੀ ਤੁਸੀਂ ਉਹ ਜਿਹੜੀ ਕਣਕ ਆਉਂਦੀ ਹੈ ਸਰਕਾਰੀ, ਉਹ ਕਣਕ ਲੈਂਦੇ ਹੋ ਕਿ ਨਹੀਂ? ਮੈਂ ਕਿਹਾ ਨਾ, ਉਹ ਕਣਕ ਤਾਂ ਨਹੀਂ ਅਸੀਂ ਲੈਂਦੇ, ਇੰਨੀ ਜ਼ਮੀਰ 'ਤੇ ਨਹੀਂ ਗਿਰੀ ਕਿ ਉਹ ਕਣਕ ਲਈਏ। ਅਤੇ ਉਹ ਕਹਿੰਦੇ ਫਿਰ ਇਹ ਕਾਰਡ ਵੀ ਨਹੀਂ ਬਣੇਗਾ, ਜੇ ਕਾਰਡ ਲੈਣਾ ਪਹਿਲਾਂ ਕਣਕ ਲਓ। ਸਰਕਾਰਾਂ ਤਾਂ ਸਾਨੂੰ ਹੇਠਾਂ ਹੀ ਦਬਾ ਰਹੀਆਂ। ਜਰਾ ਦੱਸਿਓ, ਜੇ ਕਿਤੇ ਉਹ ਭੀਖ ਲੈਣ 'ਚ ਫਾਇਦਾ ਜਾਂ ਆਪ ਕਮਾ ਕੇ ਕਿਸੇ ਨੂੰ ਦੇਣ 'ਚ ਫਾਇਦਾ, ਤੁਸੀਂ ਕਿਸ ਚੀਜ਼ 'ਚ ਸਮਝਦੇ ਹੋ? ਸ਼ਾਨ ਕਿਸ ਚੀਜ਼ 'ਚ? ਐਵੇਂ 'ਚ ਐਵੇਂ 'ਚ। ਫਿਰ ਅਸੀਂ ਇੱਦਾਂ ਵਾਲੇ ਬਣਨਾ ਹੈ। ਉਹ ਇਹਦੀ ਕਾਉਂਸਲਿੰਗ ਕੀਤੀ ਗਈ, ਕਾਉਂਸਲਿੰਗ ਇਹਨੂੰ ਇੰਨਾ ਟੱਚ ਕਰ ਗਈ। ਐਕਚੁਅਲੀ ਪਤਾ ਕੀ, ਇਹ ਸਾਡਾ ਦਿਮਾਗ ਹੈ ਨਾ, ਜਿਹੜਾ ਸਾਡਾ ਦਿਮਾਗ
ਪਲੱਗ ਵਾਂਗ ਹੁੰਦਾ, ਜਿਵੇਂ ਮੋਟਰਸਾਈਕਲ 'ਚ ਇੱਕ ਪਲੱਗ ਹੁੰਦੀ ਹੈ, ਉਹ ਪਲੱਗ ਚਿੰਗਾਰੀ ਪੈਦਾ ਕਰਦੀ ਹੈ। ਠੀਕ ਹੈ, ਜਦੋਂ ਤਾਈਂ ਉਹ ਪਲੱਗ ਚਿੰਗਾਰੀ ਪੈਦਾ ਕਰਦੀ ਹੈ ਤਿਉਂ ਮੋਟਰਸਾਈਕਲ ਦੌੜਦੀ ਰਹਿੰਦੀ ਹੈ। ਕਈ ਵਾਰ ਉਹਦੇ ਵਿੱਚ ਕਾਰਬਨ ਆ ਜਾਂਦਾ ਹੈ, ਜੰਗਾਲ ਹੋ ਜਾਂਦਾ ਜਾਂ ਕਚਰਾ ਫਸ ਜਾਂਦਾ, ਉਹ ਚਿੰਗਾਰੀ ਪੈਦਾ ਕਰਨੀ ਛੱਡ ਦਿੰਦੀ ਅਤੇ ਮੋਟਰਸਾਈਕਲ ਬੰਦ ਹੁੰਦੀ ਹੈ। ਇਸੇ ਤਰ੍ਹਾਂ ਹੀ ਸਾਡਾ ਦਿਮਾਗ ਹੈ, ਸਾਡਾ ਦਿਮਾਗ ਵੀ ਇੱਕ ਪਲੱਗ ਵਾਂਗ ਕੰਮ ਕਰਦਾ ਹੈ। ਤੂੰ ਅੱਗੇ ਕੀ ਕਰਨਾ ਹੈ, ਕਿਵੇਂ ਵਧਣਾ ਹੈ, ਕਿਵੇਂ ਅੱਗੇ ਚੱਲਣਾ ਹੈ। ਅਤੇ ਕਈ ਵਾਰ ਇਹ ਕਹਿੰਦਾ ਕਿ ਡਲ ਹੋ ਜਾਂਦਾ ਹੈ, ਇਹਨੂੰ ਕੁਛ ਪਤਾ ਨਹੀਂ ਚੱਲਦਾ। ਜਦੋਂ ਇਹਨੂੰ ਕੁਛ ਪਤਾ ਨਹੀਂ ਚੱਲਦਾ, ਜਦੋਂ ਇਹਦੇ ਪਲੱਗ 'ਚ ਆ ਜਾਂਦਾ ਉਹ ਨਾ, ਫਿਰ ਬੰਦਾ 24 ਘੰਟੇ ਮੋਬਾਇਲ ਤੋਂ ਸਿਵਾਏ ਹੋਰ ਕੰਮ ਨਹੀਂ ਕਰ ਸਕਦਾ। ਫਿਰ ਇੱਕ ਹੀ ਕੰਮ ਕਰ ਸਕਦਾ ਹੈ ਕਿ ਕਲਾਸ ਦੇ ਵਿੱਚ ਵੀ ਬੈਠਾ, ਉੱਧਰ ਟੀਚਰ ਪੜ੍ਹਾ ਰਿਹਾ ਹੁੰਦਾ ਹੈ ਅਤੇ ਸਾਹਿਬ ਹੋਣੀ ਕਲਾਸ 'ਚ ਇੱਦਾਂ ਬੈਠੇ ਇੱਦਾਂ ਲੱਗੇ ਹੁੰਦੇ ਆ, ਠੀਕ ਹੈ, ਮੋਬਾਇਲ 'ਤੇ ਲੁਕਾ ਕੇ ਇੱਦਾਂ ਉੱਤੇ। ਫਿਰ ਇੰਨਾ ਹੀ ਕਰ ਸਕਦੇ। ਇਹਦਾ ਮਤਲਬ ਕਿ ਬੰਦਾ ਹੈ ਜਿਹੜਾ, ਉਹਦੇ ਇੱਥੇ ਪਲੱਗ ਖਤਮ ਹੋ ਗਿਆ, ਬੰਦ ਹੋ ਗਿਆ। ਉਹ ਖੋਲ੍ਹ ਦਿੱਤਾ ਜਾ ਸਕਦਾ ਕਿ ਪਲੱਗ ਜੇ ਬੰਦ ਹੋ ਜੇ ਖੁੱਲ੍ਹ ਸਕਦਾ ਹੈ ਕਿ ਨਹੀਂ, ਹੈ ਨਾ, ਖੁੱਲ੍ਹ ਸਕਦਾ ਹੈ ਨਾ, ਸਾਫ਼ ਹੋ ਸਕਦਾ ਹੈ ਨਾ। ਅੱਜ ਮੈਂ ਇਹੀ ਸਮਝ ਲਓ ਇਹ ਪਲੱਗ ਸਾਫ਼ ਕਰਨ ਆਇਆ ਤੁਹਾਡੇ। ਇਹਨੂੰ ਇਹ ਕਿਹਾ ਕਿ ਬੇਟੇ ਤੂੰ ਗਰੀਬ ਪੈਦਾ ਹੋਈ, ਇਹਦੇ 'ਚ ਤੇਰਾ ਕੋਈ ਕਸੂਰ ਨਹੀਂ, ਪਰ ਜੇ ਤੂੰ ਗਰੀਬ ਹੀ ਮਰ ਗਈ ਤਾਂ ਇਹਦੇ 'ਚ ਤੇਰੇ ਤੋਂ ਸਿਵਾਏ ਹੋਰ ਕਿਸੇ ਦਾ ਕਸੂਰ ਨਹੀਂ। ਇੰਨੀ ਗੱਲ ਇਹਨੂੰ ਕਹੀ, ਉਹ ਗੱਲ ਇਹਨੂੰ ਟੱਚ ਕਰ ਗਈ। ਉਸ ਤੋਂ ਬਾਅਦ ਅਗਲੇ ਦਿਨ ਫਾਦਰ ਨੇ ਫੇਰ ਭੇਜਿਆ ਮੰਗਣ ਲਈ, ਪਰ ਹੁਣ ਇਹਦੇ ਅੰਦਰ ਇੱਕ ਨਵਾਂ ਇਨਸਾਨ ਜਾਗ ਚੁੱਕਾ ਸੀ। ਇਹਨੇ ਉਹ ਮੰਗਣ ਵਾਲਾ ਜੋ ਕਟੋਰਾ ਸੀ ਉਹ ਦੂਰ ਸੁੱਟ ਦਿੱਤਾ, ਇੱਕ ਦੁਕਾਨ 'ਚ ਚਲੇ ਗਈ ਕਿ ਸਰ ਮੁਝੇ ਕੰਮ ਚਾਹੀਏ, ਦਰਜੀ ਦੀ ਦੁਕਾਨ 'ਚ। ਦਰਜੀ ਕਹਿੰਦਾ ਕੀ ਕੰਮ ਕਰ ਸਕਦੀ ਹੈ? ਕਹਿੰਦੀ ਜੀ ਕੋਈ ਕੰਮ ਨਹੀਂ ਆਉਂਦਾ, ਪਰ ਸਾਰੇ ਕਰਕੇ ਵਿਖਾਊਂਗੀ। ਆਉਂਦਾ ਅਜੇ ਕੋਈ ਨਹੀਂ ਹੈ, ਪਰ ਸਾਰੇ ਸਿੱਖੂੰਗੀ ਵੀ, ਕਰੂੰਗੀ ਵੀ, ਸਾਰੇ ਕੰਮ ਕਰਕੇ ਦਿਖਾਊਂਗੀ। ਉਹਨੇ ਜੀ ਦਰਜੀ ਨੇ ਇਸ ਨੂੰ 2 ਰੁਪਏ ਪਰ ਡੇ 'ਤੇ ਨੌਕਰੀ ਦੇ ਦਿੱਤੀ ਕਿ ਮੈਂ ਰੋਜ਼ ਦੇ ਤੈਨੂੰ 2 ਰੁਪਏ ਦਿਆ ਕਰੂੰਗਾ, ਤੂੰ ਬਸ ਮੇਰੀ ਦੁਕਾਨ ਸਾਫ਼ ਕਰ ਦਿਆ ਕਰੇ। 2 ਰੁਪਇਆਂ ਤੋਂ ਕੰਮ ਸ਼ੁਰੂ ਕੀਤਾ। ਅੱਜ ਬੇਟੇ ਇੰਡੀਆ ਦਾ ਸਭ ਤੋਂ ਰਿਚੈਸਟ ਸਿਟੀ ਹੈ ਬੰਬੇ, ਕਿਉਂਕਿ ਜਿੰਨਾ ਪੈਸਾ ਬੰਬੇ 'ਚ ਹੈ ਇੰਨਾ ਕਿਤੇ ਨਹੀਂ। ਮਨੀ ਫਲੋ ਬੰਬੇ 'ਚ ਬਹੁਤ ਜ਼ਿਆਦਾ ਹੈ। ਔਰ ਮੁੰਬਈ ਦੇ ਵਿੱਚ ਸਭ ਤੋਂ ਰਿਚੈਸਟ ਔਰਤ ਹੈ ਇਹ। ਇਹਨੇ ਪਹਿਲਾਂ ਉੱਥੋਂ ਕੰਮ ਸ਼ੁਰੂ ਕੀਤਾ 2 ਰੁਪਈਆਂ ਦੇ, ਫਿਰ ਫਰਨੀਚਰ ਦੇ ਕਾਰਖਾਨੇ ਖੋਲ੍ਹੇ, ਫਿਰ ਉਸ ਤੋਂ ਬਾਅਦ ਟਾਇਰ ਕਮਾਨੀਆਂ ਦੇ ਕਾਰਖਾਨੇ ਖੋਲ੍ਹੇ, ਫਿਰ ਉਸ ਤੋਂ ਬਾਅਦ ਇਸਨੇ ਜਿਹੜਾ ਸੀਗਾ ਉਹ ਰੀਅਲ ਇਸਟੇਟ, ਜੋ ਪ੍ਰੋਪਰਟੀਜ਼ ਵੇਚਣਾ, ਬਣਾਉਣਾ, ਖਰੀਦਣਾ, ਉਹ ਕੰਮ ਸ਼ੁਰੂ ਕੀਤੇ। ਈਵਨ ਦੈਨ ਜੋ ਸਾਡੇ ਦੇਸ਼ ਦਾ ਫਿਲਮੀ ਜਗਤ ਦਾ ਮਹਾਨਾਇਕ ਹੋਜ਼ਾ, ਹਾਂ, ਅਮਿਤਾਭ ਬੱਚਨ। ਅਮਿਤਾਭ ਬੱਚਨ ਹੈ ਜਿਹੜਾ, ਉਹ ਇੱਕ ਵਾਰ ਅੱਤ ਦੀ ਗਰੀਬੀ 'ਚ ਡੁੱਬ ਗਿਆ, ਅੱਤ ਦਾ ਗਰੀਬ ਹੋ ਗਿਆ, ਕਰਜ਼ਾਈ ਹੋ ਗਿਆ। ਫਿਰ ਉਹ ਇਹਦੇ ਕੋਲ ਆਇਆ ਕਿ ਦੱਸੋ ਜੀ ਮੈਂ ਹੁਣ ਕੀ ਕਰਾਂ, ਮੇਰੀ ਅੱਤ ਗਰੀਬੀ ਆ ਗਈ ਹੈ, ਹੁਣ ਮੈਂ ਕੀ ਕਰਾਂ, ਮੈਨੂੰ ਦੱਸੋ। इसने कहा मैं आपको फंडिंग करती हूँ, आप कौन बनेगा करोड़पति चला दो और तुम भी करोड़पति बन जाओगे, मैं भी बन जाऊँगी। ठीक है, मिल के कौन बनेगा करोड़पति चलाया, दोनों के ਜਿਹੜੇ सितारे ਉਹਦੇ ਵੀ ਉੱਪਰ ਲੈ ਗਈ। ठीक है, तो ਇਹਨੂੰ ਭਾਰਤ ਦੇ ਰਾਸ਼ਟਰਪਤੀ ਨੇ ਪਦਮ ਸ਼੍ਰੀ ਸਨਮਾਨ ਦਿੱਤਾ ਹੈ। ਹੁਣ ਜਰਾ ਸੋਚੋ, ਜੇ ਇੱਕ ਭਿਖਾਰੀਆਂ ਦੀ ਕੁੜੀ ਇਹ ਕੰਮ ਕਰ ਸਕਦੀ ਹੈ, ਯੂ ਕੈਨ ਟੂ ਡੂ ਔਰ ਨਾਟ, ਯੂ ਕੈਨ ਟੂ ਡੂ ਔਰ ਨਾਟ। ਚਲੋ ਅਜੇ ਤਾਂ ਸਟਾਰਟਿੰਗ ਹੀ ਹੋਈ ਹੈ, ਮਤਲਬ ਕਿ ਹੁਣ ਅਸੀਂ ਨੋ ਤੋਂ ਯੈਸ 'ਤੇ ਆ ਰਹੇ ਹਾਂ। ਇਹ ਬੰਦਾ ਜਿਸ ਤੋਂ ਅੱਜ ਅਸੀਂ ਕਹਿੰਦੇ ਹਾਂ ਸਾਡੇ ਇੰਡੀਆ ਨੂੰ ਬਚਾ ਲਓ, ਪੂਰਾ ਇੰਡੀਆ ਖਰੀਦ ਲੈਣਗੇ, ਪੂਰਾ ਇੰਡੀਆ ਖਰੀਦ ਲੈਣਗੇ। ਠੀਕ ਹੈ, ਇਹਨਾਂ ਤੋਂ ਹੀ ਬਚਾਉਣ ਲਈ ਚੱਲ ਰਹੀ ਹੈ ਨਾ ਸਟਰਗਲ। ਕਿਤੇ ਇਹ 300 ਰੁਪਏ ਦੀ ਨੌਕਰੀ ਕਰਨ ਵਾਲਾ ਬੰਦਾ ਜੇਕਰ ਅੱਜ 75,000 ਕਰੋੜ ਤੋਂ ਵੀ ਉੱਪਰ ਚੱਲ ਗਿਆ ਹੋਇਆ ਹੈ, ਤੇ ਜਰਾ ਸੋਚਿਓ ਜੇ ਅੱਜ ਪੂਰੇ ਇੰਡੀਆ ਦੀ ਸਮਰੱਥਾ ਰੱਖਦਾ ਹੈ, ਔਰ ਕੋਈ ਸਮਾਂ ਸੀ ਕਿ 3000 ਦੀ 300 ਰੁਪਏ ਦੀ ਨੌਕਰੀ ਨਹੀਂ ਸੀ ਇਹਦੇ ਹੱਥ 'ਚ ਹੁੰਦੀ। ਔਰ ਉਸ ਟਾਈਮ ਵੀ ਇਹਦੀ ਇੱਕ ਖਾਸੀਅਤ ਸੀ, ਇਹਦੀ ਖਾਸੀਅਤ ਸਮਝਣਾ, ਇਹਦੇ 'ਚੋਂ ਵੀ ਕੁਛ ਮਿਲ ਜੇਗਾ। ਇਹਦੇ ਟਾਈਮ 'ਤੇ ਜਦੋਂ ਕਿ 1980 ਦੇ ਆਸ-ਪਾਸ ਦਾ ਟਾਈਮ ਸੀ, ਉਦੋਂ ਬੰਬੇ 'ਚ ਬਾਹਰ ਚਾਹ ਦਾ ਕੱਪ ਹੈ ਜਿਹੜਾ ਉਹ ਸਿਰਫ 2 ਰੁਪਈਆਂ 'ਚ ਮਿਲਦਾ ਹੁੰਦਾ ਸੀ, ਅਤੇ ਉਹੋ ਹੀ ਚਾਹ ਦਾ ਕੱਪ ਤਾਜ ਹੋਟਲ 'ਚ 150 ਰੁਪਏ ਦਾ ਮਿਲਦਾ ਸੀ।
ठीक है, 80 90 2000 के आस पास। और ये बंदा सी जिहड़ा धीरू भाई अंबानी, ये चाह पीण लई ਜਾਂਦਾ ਹੁੰਦਾ ਸੀਗਾ ਤਾਜ ਹੋਟਲ 'ਚ। ਨਾਲ ਦੇ ਕਹਿੰਦੇ ਹੁੰਦੇ ਸੀ ਯਾਰ ਇਹ ਕਿ ਅਸੀਂ ਬੇਵਕੂਫੀ 'ਚ ਉੱਦਾਂ ਤੂੰ ਗਰੀਬ ਹੈ, ਚਾਹ ਦਾ ਕੱਪ ਬਾਹਰੋਂ ਤੂੰ 2 ਰੁਪਇਆਂ ਦਾ ਵੀ ਪੀ ਸਕਦਾ, ਪਰ ਚਾਹ ਦੇ ਕੱਪ 'ਤੇ ਇੰਨੇ ਪੈਸੇ ਕਿਉਂ ਖਰਚਦਾ? ਅਤੇ ਇਹਦਾ ਪਤਾ ਕੀ ਜਵਾਬ ਹੁੰਦਾ ਹੋਏਗਾ ਜੀ? ਦੱਸਿਓ ਕੀ ਕਹਿੰਦਾ ਹੋਏਗਾ? ਇਹ ਕਹਿੰਦਾ ਸੀ ਚਾਹ 'ਤੇ ਤਾਂ ਮੈਂ 2 ਰੁਪਏ ਹੀ ਖਰਚਦਾ ਹੈ, 148 ਰੁਪਏ ਮੈਂ ਉਹਨਾਂ ਲੋਕਾਂ ਨੂੰ ਮਿਲਣ ਲਈ ਖਰਚਦਾ ਹਾਂ ਜਿਨ੍ਹਾਂ ਲੋਕਾਂ ਵਰਗਾ ਮੈਂ ਹੁਣ ਇਹ ਚੀਜ਼ ਸਮਝ ਆਈ? ਤੁਸੀਂ ਜਿਹਦੇ ਵਰਗਾ ਬਣਨਾ ਚਾਹੁੰਦੇ ਹੋ, ਪਹਿਲੇ ਤੇ ਇਹ ਦੇਖ ਲਓ ਤੁਸੀਂ ਕਿਹਦੇ ਵਰਗਾ ਬਣਨਾ ਚਾਹੁੰਦੇ ਹੋ। ਤੁਸੀਂ ਕਿਹਦੇ ਵਰਗਾ ਬਣਨਾ ਚਾਹੁੰਦੇ ਹੋ? ਜਿਹਦੇ ਵਰਗਾ ਬਣਨਾ ਚਾਹੁੰਦੇ ਹੋ ਉਹਨੂੰ ਮਿਲਣ ਦੇ ਵਾਸਤੇ ਤੁਹਾਨੂੰ ਜੋ ਵੀ ਕਰਨਾ ਪਏ ਕਰ ਦਿਓ, ਅੰਤ ਨੂੰ ਤੁਸੀਂ ਬਣ ਜਾਓਗੇ। ਇਹ ਬਣ ਗਿਆ ਜਾਂ ਨਹੀਂ? ਤੁਸੀਂ ਵੀ ਜੇ ਇਹ ਬਣ ਸਕਦਾ ਹੈ ਤੁਸੀਂ ਵੀ ਬਣ ਸਕਦੇ ਹੋ। ਠੀਕ ਹੈ, ਹੁਣ ਇਹ ਜਿਹੜਾ ਬੰਦਾ ਹੈ ਕਰਨਵੀਰ ਸਿੰਘ, ਇਹ ਲੁਧਿਆਣੇ ਦਾ ਰਹਿਣ ਵਾਲਾ ਹੈ। ਠੀਕ ਹੈ, ਤੇ ਲੁਧਿਆਣੇ ਦੇ ਰਹਿਣ ਵਾਲਾ ਇਹ BBA ਕਰਨ ਲਈ ਇੰਦੌਰ ਚਲਾ ਗਿਆ। ਰਾਤ 1 ਵਜੇ ਟ੍ਰੇਨ ਨੇ ਇਹਨੂੰ ਇੰਦੌਰ ਰੇਲਵੇ ਸਟੇਸ਼ਨ 'ਤੇ ਉਤਾਰ ਦਿੱਤਾ। ਜੇਬ 'ਚ ਇੰਨੇ ਪੈਸੇ ਨਹੀਂ ਸੀ ਕਿ ਟੈਕਸੀ ਕਰਕੇ ਆਪਣੇ ਉੱਥੇ ਚਲੇ ਜਾਂਦਾ। ਇਹਨੇ ਕੀ ਸੋਚਿਆ ਕਿ ਇੱਦਾਂ ਕਰਦੇ ਹਾਂ, ਰਾਤ ਸਟੇਸ਼ਨ 'ਤੇ ਹੀ ਬੈਠ ਕੇ ਕੱਟ ਲੈਂਦੇ ਹਾਂ ਅਤੇ ਸਵੇਰੇ ਜਦ ਬੱਸਾਂ ਚੱਲਣਗੀਆਂ ਬੱਸ 'ਤੇ ਬੈਠ ਕੇ ਪਹੁੰਚ ਜਾਵਾਂਗੇ ਕਾਲਜ। ਉੱਥੇ ਬੈਠੇ ਹੀ ਇਹਨੇ ਸੁਪਨਾ ਲੈ ਲਿਆ ਕਿ ਇਹ ਸ਼ਹਿਰ ਮੇਰੇ ਬੜਾ ਕੰਮ ਆਏਗਾ, ਸਵੇਰੇ ਮੈਂ ਕਾਲਜ ਕਰਿਆ ਕਰਾਂਗਾ ਅਤੇ ਰਾਤ ਨੂੰ ਇਸ ਸ਼ਹਿਰ 'ਚ ਮੈਂ ਆਟੋ ਚਲਾਇਆ ਕਰਾਂਗਾ। ਕਾਲਜ ਵਿੱਚ ਸੈਟਲ ਹੁੰਦਿਆਂ ਹੀ ਇਸ ਨੇ ਕੀ ਕੀਤਾ ਕਿ ਇੱਕ ਆਟੋ ਕਿਰਾਏ 'ਤੇ ਲੈ ਕੇ ਚਲਾਉਣਾ ਸਟਾਰਟ ਕਰ ਦਿੱਤਾ। ਫਿਰ ਇੱਕ ਆਟੋ ਤੋਂ ਐਸਾ ਕੰਮ ਚੱਲਿਆ ਕਿ ਅੱਜ ਇਹ ਬੰਦਾ 45,000 ਆਟੋ ਦਾ ਮਾਲਕ ਹੈ ਐਂਡ 22 ਹੋਰ ਕੰਪਨੀਆਂ ਦਾ ਇਹ CEO ਆ। ਜੇ ਇੱਕ ਆਟੋ ਤੋਂ 2 ਰੁਪਏ ਵੀ ਕਮਾਉਂਦਾ ਹੋਏ ਤਾਂ ਇਹਦੀ ਡੇਲੀ ਇਨਕਮ ਕਿੱਥੇ ਜਾ ਕੇ ਪੈਂਦੀ ਹੋਏਗੀ? ਕੈਨ ਯੂ ਇਮੇਜ? ਜੇਕਰ ਇਹ ਬੰਦਾ ਕਰ ਸਕਦਾ ਹੈ, ਇਟਸ ਮੀਨ ਅਸੀਂ ਵੀ ਕਰ ਸਕਦੇ ਹਾਂ। ਇਹ ਨਰੇਸ਼ ਗੋਇਲ ਸੰਗਰੂਰ ਦਾ ਰਹਿਣ ਵਾਲਾ ਅਤ ਗਰੀਬ ਬੰਦਾ, ਅਤ ਦੀ ਗਰੀਬੀ 'ਚ ਰਹਿਣ ਵਾਲਾ, ਔਰ ਪਿਤਾ ਨੂੰ ਕਹਿੰਦਾ ਕਿ ਮੈਂ ਜੀ ਅਗਲੀ ਪੜ੍ਹਾਈ ਪਟਿਆਲੇ ਕਰਨੀ ਹੈ। 12ਵੀਂ ਤੱਕ ਤਾਂ ਸਰਕਾਰੀ ਸਕੂਲ ਨੇ ਕਰਾ ਦਿੱਤੀ, ਅੱਗੇ ਪੜ੍ਹਨਾ ਹੈ। ਪਿਤਾ ਕਹਿੰਦਾ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਤੈਨੂੰ ਪਟਿਆਲੇ ਪੜ੍ਹਾ ਪਾਈਏ, ਪਰ ਇਹ ਕਹਿੰਦਾ ਮੈਂ ਤਾਂ ਪਟਿਆਲੇ ਪੜ੍ਹਾਂਗਾ ਹੀ ਪੜ੍ਹਾਂਗਾ। ਤੁਸੀਂ ਨਹੀਂ ਪੈਸੇ ਦੇ ਸਕਦੇ ਨਾ ਦਿਓ, ਮੈਂ ਆਪਣੇ ਕੋਲੋਂ ਪੜ੍ਹਾਂਗਾ। ਦੈਨ ਹੀ ਸਟਾਰਟਡ ਕਾਲਜ, ਅਤੇ ਉਹਦੇ ਨਾਲ ਕੀ ਹੈ ਕਿ ਰਾਤ ਨੂੰ ਇਹ ਰਕਸ਼ਾ ਚਲਾਉਂਦਾ, ਦਿਨੇ ਕਾਲਜ ਕਰਦਾ। ਠੀਕ ਹੈ, ਇੱਥੋਂ ਚੱਲਿਆ ਅਤੇ ਅੱਜ ਜੈਟ ਏਅਰਵੇਜ਼ ਜਹਾਜ਼ਾਂ ਦੀ ਕੰਪਨੀ ਦਾ ਮਾਲਕ ਹੈ। ਠੀਕ ਹੈ, ਜੈਟ ਏਅਰਵੇਜ਼ ਕੰਪਨੀ ਦਾ ਮਾਲਕ ਹੈ। ਅੱਜ ਇਹ ਇੱਥੇ ਪਹੁੰਚ ਗਿਆ, ਰਾਈਟ। ਜੇਕਰ ਇਹ ਪਹੁੰਚ ਸਕਦਾ, ਇੱਕ ਰਕਸ਼ਾ ਚਾਲਕ ਜਹਾਜ਼ਾਂ ਦੀ ਕੰਪਨੀ ਦਾ ਮਾਲਕ ਬਣ ਸਕਦਾ, ਤੁਸੀਂ ਵੀ ਬਣ ਸਕਦੇ ਹੋ। ਹੁਣ ਇਹਦੇ ਵਿੱਚ ਗੱਲ ਕੀ ਹੈ? ਗੱਲ ਤਾਂ ਹੈਗੀ ਹੈ ਕਿ ਸਾਨੂੰ ਗਾਈਡੈਂਸ ਮਿਲ ਜਾਏ। ਜਿਸ ਨੂੰ ਗਾਈਡੈਂਸ ਮਿਲ ਗਈ ਉਹ ਤਰ ਗਿਆ, ਜਿਸ ਨੂੰ ਗਾਈਡੈਂਸ ਨਾ ਮਿਲੀ ਉਹ ਮਰ ਗਿਆ। ਫਿਰ ਇੱਕ ਵਾਰ ਕਹਿ ਦਈਏ, ਜਿਸ ਕੋ गाइडेंस मिल गई वो तर गया, जिसको गाइडेंस ना मिली वो मर गया। ਇਹ ਰਿਐਲਿਟੀ ਹੈ, ਮੈਂ ਰਿਐਲਿਟੀ ਦੱਸਦਾ ਹੈ। ਫੋਟੋ ਮੈਂ ਹੋਰ ਲਾਈ ਹੈ। ਮੇਰੇ ਕੋਲ ਮੇਰੀਆਂ 2 ਬਹੁਤ ਹੀ ਫੇਵਰੇਟ ਸਟੂਡੈਂਟਸ ਪੜ੍ਹਦੀਆਂ ਸੀ ਮਸੂਰੀ ਵਿੱਚ, ਅਤੇ ਮੈਂ ਉੱਥੋਂ ਨੌਕਰੀ ਛੱਡ ਕੇ ਪਟਿਆਲੇ ਚੜ੍ਹਦੀ ਕਲਾ ਟਾਈਮ TV ਜੁਆਇਨ ਕਰ ਲਿਆ ਇਨ 2014 ਦੀ ਗੱਲ ਹੈ। ਇੱਕ ਦਿਨ ਮੈਂ ਆਪਣੇ TV ਚੈਨਲ ਲਈ ਖਬਰਾਂ ਬਣਾ ਰਿਹਾ ਸੀ ਅਤੇ ਮੇਰੇ ਕੋਲ ਖਬਰ ਪਹੁੰਚੀ, ਇੱਕ ਕੁੜੀ ਨੇ ਭਾਖੜਾ ਨਦੀ 'ਚ ਛਾਲ ਮਾਰ ਕੇ ਸੁਸਾਈਡ ਕਰ ਲਿਆ। ਮੈਂ ਜਦੋਂ ਉਸ ਲੜਕੀ ਵੱਲ ਦੇਖਿਆ ਤਾਂ ਮੈਂ ਪਛਾਣ ਗਿਆ ਕਿ ਇਹ ਤਾਂ ਮੇਰੀ ਹੀ ਸਟੂਡੈਂਟ ਹੈ। ਫਿਰ ਮੈਂ ਉਹਦੇ ਘਰ ਜਿਹੜਾ ਉਹ ਅਫਸੋਸ ਕਰਨ ਗਿਆ, ਅਤੇ ਜੋ ਉਹਦੀ ਦੂਸਰੀ ਕਜ਼ਨ ਸੀ ਉਹ ਵੀ ਲਾਗੇ ਬੈਠੀ ਸੀ। ਉਹ ਉਸੇ ਨੂੰ ਹੀ ਮੈਂ ਜਾਣਦਾ ਸੀ, ਹੋਰ ਕਿਸੇ ਨੂੰ ਤਾਂ ਜਾਣਦਾ ਵੀ ਨਹੀਂ ਸੀ।
ਤੇ ਉਹ ਕਹਿੰਦੀ ਸਰ ਹੋਰ ਇੱਥੇ ਕਰ ਵੀ ਕੀ ਸਕਦੇ ਆ, ਇੱਥੇ ਕੋਈ ਜੌਬ ਤੇ ਮਿਲਦੀ ਨਹੀਂ, ਉਹ ਤੇ ਹੈ ਨਹੀਂ, ਇਹ ਤੇ ਹੈ ਨਹੀਂ। ਜਿਵੇਂ ਅਸੀਂ ਨੈਗੇਟਿਵਿਟੀ ਫੈਲਾਉਂਦੇ ਆ, ਸਾਰੇ ਹੀ ਫੈਲਾਉਂਦੇ ਆ, ਤੁਸੀਂ ਵੀ ਫੈਲਾਉਂਦੇ ਹੋਗੇ। ਤੁਹਾਨੂੰ ਵੀ ਕੋਈ ਕਹੇ ਕਿ ਬੇਟੇ ਇੰਡੀਆ ਰਹਿਣਾ ਜਾਂ ਕੈਨੇਡਾ ਜਾਣਾ, ਤੇ ਤੁਸੀਂ ਕੀ ਕਹਿੰਦੇ ਹੋ? ਹਾਂ, ਕਿਉਂ ਜਾਣਾ ਹੈ ਕੈਨੇਡਾ? ਕਿਉਂਕਿ ਇੰਡੀਆ ਵਿੱਚ ਜੌਬ ਨਹੀਂ ਹੈ, ਇੰਡੀਆ 'ਚ ਸਕੋਪ ਨਹੀਂ ਹੈ। ਇਟਸ ਮੀਨ ਵਟ ਵੀ ਆਰ ਸਪਰੇਡਿੰਗ ਆਰ ਅਬਾਊਟ ਇੰਡੀਆ, ਨੈਗੇਟਿਵਿਟੀ। ਤੁਹਾਡੇ ਤੋਂ ਦੂਜੇ ਨੇ ਸੁਣਨਾ, ਦੂਜੇ ਵੀ ਉਹੀ ਚੀਜ਼ ਕਹਿਣੀ ਸ਼ੁਰੂ ਕਰ ਦੇਣੀ ਹੈ, ਤੀਜੇ ਨੇ ਸੁਣਨਾ, ਤੀਜੇ ਵੀ ਉਹੀ। ਮਤਲਬ ਕਿ ਨੈਗੇਟਿਵਿਟੀ ਨੈਗੇਟਿਵਿਟੀ ਨੈਗੇਟਿਵਿਟੀ। ਉਹ ਵੀ ਨੈਗੇਟਿਵਿਟੀ ਫੈਲਾਉਣ ਲੱਗੀ। ਸਰ ਹੋਰ ਕਰ ਵੀ ਕੀ ਸਕਦੇ ਆ, ਇੱਥੇ ਬਸ ਮਰਨ ਤੋਂ ਸਿਵਾਏ ਹੋਰ ਕੀ ਰੱਖਿਆ ਹੈ, ਜਿਵੇਂ ਉਹ ਕਰਦੇ ਹੁੰਦੇ ਆ ਜਦੋਂ ਕੋਈ ਮੌਤ ਹੁੰਦੀ। ਮੈਂ ਕਿਹਾ ਇੱਥੇ ਵੀ ਬਹੁਤ ਕੁਝ ਰੱਖਿਆ, ਇੱਥੇ ਵੀ ਬਹੁਤ ਕੁਛ ਹੋ ਸਕਦਾ ਹੈ, ਕੋਈ ਕਰਨ ਵਾਲਾ ਚਾਹੀਦਾ ਹੈ। ਠੀਕ ਹੈ, ਕੈਨੇਡਾ ਜਾ ਕੇ ਵੀ ਤੂੰ DSP ਨਹੀਂ ਲੱਗ ਜਾਣਾ, ਉੱਥੇ ਵੀ ਕਿਸੇ ਰੈਸਟੋਰੈਂਟ 'ਚ ਪਲੇਟਾਂ ਹੀ ਸਾਫ਼ ਕਰਨੀਆਂ। ਪਰ ਇੱਥੇ ਵੀ ਬਹੁਤ ਕੁਛ ਕੀਤਾ ਜਾ ਸਕਦਾ। ਕਹਿੰਦੇ ਕੀ ਕੀਤਾ ਜਾ ਸਕਦਾ? ਮੈਂ ਕਿਹਾ ਪੁੱਛਣਾ ਹੈ ਜਾਂ ਕਰਨ ਲਈ ਜਾਣਨਾ ਹੈ, ਦੋਵਾਂ 'ਚ ਫਰਕ ਹੈ। ਇੱਥੇ ਤੁਹਾਡੇ ਕੋਲ ਜਿੰਨੇ ਬੈਠੇ ਨੇ ਸਾਰੇ ਕਰਨ ਵਾਲੇ ਨਹੀਂ ਬੈਠੇ, ਬਹੁਤ ਸਾਰੇ ਤੇ ਇਹ ਵੀ ਦੇਖ ਰਹੇ ਹੋਣਗੇ ਕਿ ਕਦੋਂ ਲੈਕਚਰ ਖਤਮ ਹੋਏ ਤੇ ਸਾਡਾ ਖਹਿੜਾ ਛੁੱਟੇ। ਠੀਕ ਹੈ, ਪਰ ਕੁਛ ਐਸੇ ਹੋਣਗੇ ਜਿਹੜੇ ਜਿਨ੍ਹਾਂ ਦੇ ਅੰਦਰ ਅੱਗ ਮੱਚ ਰਹੀ ਹੋਏਗੀ, ਨਹੀਂ ਅਸੀਂ ਕਰਨਾ ਹੈ, ਸਾਨੂੰ ਦੱਸੋ, ਜਿੰਨਾ ਦੱਸ ਸਕਦੇ ਹੋ ਦੱਸੋ, ਅਸੀਂ ਜਾਨ ਵੀ ਦੇਣ ਲਈ ਤਿਆਰ ਹਾਂ, ਅਸੀਂ ਕਰਨਾ। ਕੁਝ ਹੋਣਗੇ। ਮੈਂ ਕਿਹਾ ਪਹਿਲੇ ਦੱਸ ਕਰਨਾ ਜਾਂ ਉੱਦਾਂ? ਕਹਿੰਦੀ ਜੀ ਕਰਨਾ। ਮੈਂ ਕਿਹਾ ਮੇਰਾ ਇੱਕ ਅਸੂਲ ਹੈ ਜੀ, ਇੱਥੇ ਵੀ ਮੈਂ ਦੱਸ ਦੇਵਾਂ, ਮੇਰਾ ਇਹ ਅਸੂਲ ਹੈ। ਵੈਸੇ ਤੁਸੀਂ ਦੱਸੋ, ਕੋਈ ਵੀ ਚੀਜ਼, ਕੋਈ ਵੀ ਗਿਆਨ ਕਿਸੇ ਨੂੰ ਫ੍ਰੀ ਦੇਣਾ ਚਾਹੀਏ ਜਾਂ ਉਹਦੀ ਕੋਸਟ ਲੈ ਕੇ ਦੇਣਾ ਚਾਹੀਏ ਜੀ? ਹਾਂ ਦੱਸਿਓ ਦੱਸਿਓ। ਕੋਸਟ ਲੈਣੀ ਚਾਹੀਦੀ ਹੈ। ਜੇ ਤੁਸੀਂ ਕੋਈ ਚੀਜ਼ ਕਿਸੇ ਨੂੰ ਫ੍ਰੀ 'ਚ ਦਿੰਦੇ ਹੋ, ਬਿਲਕੁਲ ਫ੍ਰੀ ਦਿੰਦੇ ਹੋ, ਤੇ ਆਰ ਯੂ ਐਂਟੀ ਗੁਰੂ ਗ੍ਰੰਥ ਸਾਹਿਬ? ਹੁਣ ਤੁਸੀਂ ਹੈਰਾਨ ਹੋਵੋਗੇ ਮੈਂ ਕੀ ਕਹਿ ਰਿਹਾ। ਜੇ ਤੁਸੀਂ ਕੋਈ ਚੀਜ਼ ਕਿਸੇ ਨੂੰ ਫ੍ਰੀ 'ਚ ਦਿੰਦੇ ਹੋ ਨਾ, ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਅਸੂਲਾਂ ਦੇ ਅਗੇਂਸਟ ਜਾ ਰਹੇ ਹੋ। ਕੋਈ ਗੁਰੂ ਗ੍ਰੰਥ ਸਾਹਿਬ 'ਚੋਂ ਐਸੀ ਲਾਈਨ ਕੱਢ ਕੇ ਮੈਨੂੰ ਦੱਸ ਸਕਦਾ ਹੈ ਕਿ ਜਿਹੜੀ ਲਾਈਨ ਇਹ ਕਹਿੰਦੀ ਹੋਏ ਕਿ ਕਿਸੇ ਨੂੰ ਵੀ ਜਿਹੜਾ ਵਾ, ਜੇ ਉਹ ਉਸ ਚੀਜ਼ ਦਾ ਗ੍ਰਾਹਕ ਹੀ ਨਹੀਂ ਤੇ ਉਹ ਚੀਜ਼ ਉਹਨੂੰ ਦੇਣੀ ਨਹੀਂ ਚਾਹੀਦੀ? ਕੋਈ ਲਾਈਨ ਹੈ ਐਸੀ ਗੁਰੂ ਗ੍ਰੰਥ ਸਾਹਿਬ 'ਚ? ਹਾਂਜੀ, ਕੋਈ ਜਿਹੜਾ ਦੱਸੇ। ਇੱਕ ਲਾਈਨ ਹੈਗੀ ਜੀ ਗੁਰੂ ਗ੍ਰੰਥ ਸਾਹਿਬ 'ਚ, ਵਿਣ ਗਾਹਕ ਗੁਣ ਵੇਚੀਐ ਤਾਂ ਗੁਣ ਸਹਿਗੋ ਜਾਏ। ਜੇ ਉਸ ਚੀਜ਼ ਦਾ ਉਹ ਗਾਹਕ ਹੀ ਨਹੀਂ, ਉਹ ਪੇ ਹੀ ਨਹੀਂ ਕਰਨਾ ਚਾਹੁੰਦਾ, ਵਾਈ ਆਰ ਯੂ ਗਿਵਿੰਗ ਦੈਟ ਥਿੰਗ ਟੂ ਹਿਮ? ਜਰਾ ਦੱਸਿਓ। ਗੁਰੂ ਗੋਬਿੰਦ ਸਿੰਘ ਨੇ ਜੋ ਸਾਨੂੰ ਸਭ ਤੋਂ ਵੱਡੀ ਦਾਤ ਦਿੱਤੀ, ਉਹ ਦਾਤ ਕੀ ਸੀ? ਅੰਮ੍ਰਿਤ ਦੀ।